ਦੇਖੋ ਅਜਿਹਾ ਕੀ ਹੋਇਆ ਪੰਜਾਬ ਦੇ ਵਿੱਚ ਜਦੋਂ ਇੱਕ ਭਿਆਨਕ ਐਕਸੀਡੈਂਟ ਤੋਂ ਬਾਅਦ ਇੱਕ ਲੜਕੀ ਦੀ ਬੁਰੀ ਤਰ੍ਹਾਂ ਮੌਤ ਹੋ ਜਾਂਦੀ ਹੈ ਤੇ ਮਰਨ ਤੋਂ ਕੁਝ ਸਮੇਂ ਬਾਅਦ ਹੀ ਉਹ ਖੂਨ ਦੇ ਵਿੱਚ ਲਤਪਤ ਹੋਈ ਲੜਕੀ ਦੀ ਲਾਸ਼ ਦੂਜੇ ਪਿੰਡ ਪਹੁੰਚ ਜਾਂਦੀ ਹੈ। ਇੱਕ ਅਜਿਹੀ ਲਾਸ਼ ਜੋ ਬੋਲ ਸੁਣ ਸਕਦੀ ਸੀ। ਜਦੋਂ ਖੂਨ ਦੇ ਨਾਲ ਭਰੀ ਹੋਈ ਮਰੀ ਹੋਈ ਲੜਕੀ ਦੂਜੇ ਪਿੰਡ ਪਹੁੰਚੀ ਤਾਂ ਦੇਖਣ ਵਾਲੇ ਇੱਕ ਵਾਰ ਚੀਕਾਂ ਮਾਰਦੇ ਪਿੰਡ ਦੇ ਵਿੱਚੋਂ ਬਾਹਰ ਭੱਜੇ। ਅਜਿਹਾ ਕੀ ਹੋਇਆ ਤੁਸੀਂ ਵੀ ਜਾਣ ਕੇ ਹੈਰਾਨ ਹੋ ਜਾਓਗੇ। ਸਾਲ 2022 ਦੀ ਗੱਲ ਹੈ। 6 ਸਾਲਾਂ ਦੀ ਗੁਰਜੋਤ ਕੌਰ ਨਾਮਕ ਲੜਕੀ ਸੰਧੂ ਪਰਿਵਾਰ ਦੇ ਵਿੱਚ ਜਨਮ ਲੈਂਦੀ ਹੈ। ਸਮੇਂ ਦੇ ਨਾਲ-ਨਾਲ ਜਦੋਂ ਉਹ ਸੁਰਤ ਸੰਭਾਲਦੀ ਹੈ ਤੇ 6 ਸਾਲਾਂ ਦੀ ਹੁੰਦੀ ਹੈ, ਚੰਗੀ ਤਰ੍ਹਾਂ ਬੋਲਣਾ ਸਿੱਖਦੀ ਹੈ ਤਾਂ ਉਹ ਆਪਣੇ ਦਾਦਾ ਜੀ ਨੂੰ ਕਹਿੰਦੀ ਹੈ ਕਿ ਸਾਡਾ ਪਿੰਡ ਦੂਜੇ ਪਾਸੇ ਹੈ। ਇੱਕ ਪਾਸੇ ਵੱਲ ਹੱਥ ਕਰਕੇ ਉਹ ਦੱਸਦੀ ਹੈ ਕਿ ਦਾਦਾ ਜੀ ਮੇਰਾ ਪਿੰਡ ਇਸ ਪਾਸੇ ਹੈ ਤੇ ਉਸ ਦਾ ਦਾਦਾ ਕਹਿੰਦਾ ਹੈ ਕਿ ਨਹੀਂ ਪੁੱਤ ਇਹੋ ਸਾਡਾ ਪਿੰਡ ਹੈ। ਪਰ ਉਹ ਲੜਕੀ ਗੁਰਜੋਤ ਕੌਰ ਬਾਰ-ਬਾਰ ਇਹੋ ਕਹਿੰਦੀ ਰਹੀ ਕਿ ਨਹੀਂ ਇਹ ਮੇਰਾ ਪਿੰਡ ਨਹੀਂ ਹੈ, ਮੇਰਾ ਪਿੰਡ ਉਸ ਪਾਰ ਹੈ। ਹੌਲੀ-ਹੌਲੀ ਸਮੇਂ ਦੇ ਨਾਲ-ਨਾਲ ਉਹ ਕੁਝ ਅਜਿਹੀਆਂ ਗੱਲਾਂ ਕਰਨ ਲੱਗੀ ਕਿ ਸੁਣਨ ਵਾਲੇ ਇੱਕ ਵਾਰ ਹੈਰਾਨ ਹੋ ਗਏ ਤੇ ਹੌਲੀ-ਹੌਲੀ ਉਹ ਕਹਿਣ ਲੱਗੀ ਕਿ ਮੇਰਾ ਪਿੰਡ ਧੂਰੀ ਦੇ ਕੋਲ ਹੈ। ਮੇਰੇ ਪਿੰਡ ਦੇ ਕੋਲੋਂ ਇੱਕ ਟ੍ਰੇਨ ਵੀ ਲੰਘਦੀ ਹੈ। ਜਦੋਂ ਪਰਿਵਾਰ ਵਾਲਿਆਂ ਨੇ 5-6 ਸਾਲਾਂ ਦੀ ਲੜਕੀ ਦੇ ਮੂੰਹੋਂ ਇਹ ਗੱਲਾਂ ਸੁਣੀਆਂ ਤੇ ਟ੍ਰੇਨ ਦਾ ਨਾਮ ਸੁਣਿਆ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਖੜਕੀ। ਇੰਨੀ ਛੋਟੀ ਉਮਰ ਦੇ ਵਿੱਚ ਇਸ ਲੜਕੀ ਨੂੰ ਟ੍ਰੇਨ ਦਾ ਕਿਵੇਂ ਪਤਾ ਅਤੇ ਧੂਰੀ ਬਾਰੇ ਉਸ ਨੂੰ ਕਿਵੇਂ ਪਤਾ ਲੱਗਿਆ। ਉਹ ਤਾਂ ਕਦੀ ਘਰੋਂ ਬਾਹਰ ਹੀ ਨਹੀਂ ਨਿਕਲੀ ਤੇ ਨਾ ਹੀ ਉਹਨਾਂ ਦੇ ਪਿੰਡ ਦੇ ਕੋਲੋਂ ਕੋਈ ਟ੍ਰੇਨ ਲੰਘਦੀ ਹੈ ਤੇ ਨਾ ਹੀ ਉਹਨਾਂ ਦੇ ਕੋਈ ਲਾਗਲੇ ਏਰੀਏ ਦੇ ਵਿੱਚੋਂ ਕੋਈ ਟ੍ਰੇਨ ਲੰਘਦੀ ਹੈ ਤੇ ਨਾ ਹੀ ਉਹਨਾਂ ਦੇ ਪਰਿਵਾਰ ਨੇ ਕਦੀ ਟ੍ਰੇਨ ਦੇ ਵਿੱਚ ਸਫ਼ਰ ਕੀਤਾ ਹੈ। ਗੁਰਜੋਤ ਕੌਰ 5-6 ਸਾਲਾਂ ਦੀ ਲੜਕੀ ਨੇ ਇਹ ਵੀ ਦੱਸਿਆ ਕਿ ਟ੍ਰੇਨ ਦੇ ਵਿੱਚ ਸੀਟਾਂ ਫੋਲਡ ਹੋ ਜਾਂਦੀਆਂ ਨੇ ਤੇ ਆਪਾਂ ਉਸ ਦੇ ਉੱਤੇ ਲੇਟ ਵੀ ਸਕਦੇ ਹਾਂ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਅੱਜ ਤੱਕ ਆਪਾਂ ਕਦੀ ਵੀ ਟ੍ਰੇਨ ਦੇ ਵਿੱਚ ਸਫ਼ਰ ਨਹੀਂ ਕੀਤਾ। ਤਾਂ ਫਿਰ ਗੁਰਜੋਤ ਕੌਰ ਨੂੰ ਟ੍ਰੇਨ ਬਾਰੇ ਇੰਨਾ ਕੁਝ ਕਿਵੇਂ ਪਤਾ ਲੱਗਿਆ। ਜਦੋਂ ਗੁਰਜੋਤ ਕੌਰ ਦੇ ਦਾਦੇ ਨੇ ਉਸ ਦੀ ਦਾਦੀ ਦੇ ਨਾਲ ਗੱਲ ਕੀਤੀ, ਉਹਨਾਂ ਨੂੰ ਇਹ ਸ਼ੱਕ ਹੋਇਆ ਕਿ ਸ਼ਾਇਦ ਇਸ ਨੂੰ ਆਪਣਾ ਪੁਰਾਣਾ ਜਨਮ ਯਾਦ ਹੈ, ਜਿਸ ਕਰਕੇ ਆਪਣੇ ਕਿਸੇ ਜਾਣਕਾਰ ਗ੍ਰਾਂਥੀ ਸਿੰਘ ਦੀ ਮਦਦ ਦੇ ਨਾਲ ਉਹਨਾਂ ਨੇ ਉਸ ਪਿੰਡ ਦਾ ਪਤਾ ਕੀਤਾ ਜੋ ਕਿ ਉਸ ਦੇ ਪੁਰਾਣੇ ਜਨਮ ਦਾ ਪਿੰਡ ਹੈ। ਜਿਸ ਤੋਂ ਬਾਅਦ ਸਾਰੀ ਗੱਲ ਸੱਚ ਨਿਕਲ ਕੇ ਸਾਹਮਣੇ ਆਈ। ਜਦੋਂ ਗ੍ਰਾਂਥੀ ਸਿੰਘ ਦੀ ਮਦਦ ਦੇ ਨਾਲ ਗੁਰਜੋਤ ਕੌਰ ਦੇ ਪਿਛਲੇ ਜਨਮ ਸੁਮਨਦੀਪ ਕੌਰ ਦੀ ਫੋਟੋ ਮੰਗਵਾਈ ਤਾਂ ਉਸਨੇ ਆਪਣੇ ਆਪ ਨੂੰ ਝੱਟ ਹੀ ਪਹਿਚਾਣ ਲਿਆ ਤੇ ਕਹਿਣ ਲੱਗੀ ਕਿ ਇਹ ਮੇਰੀ ਹੀ ਫੋਟੋ ਹੈ। ਜਿਸ ਤੋਂ ਬਾਅਦ ਗੁਰਜੋਤ ਕੌਰ ਦੇ ਪਿਤਾ ਉਸ ਨੂੰ ਲੈ ਕੇ ਉਸ ਦੇ ਪੁਰਾਣੇ ਜਨਮ ਵਾਲੇ ਪਿੰਡ ਲੈ ਕੇ ਗਏ ਤਾਂ ਕਿ ਉਸ ਦੇ ਪੁਰਾਣੇ ਜਨਮ ਦੇ ਮਾਤਾ ਪਿਤਾ ਨੂੰ ਮਿਲਾਇਆ ਜਾ ਸਕੇ। ਉਸ ਦੇ ਪਿਤਾ ਉਸ ਨੂੰ ਮੋਟਰਸਾਈਕਲ ਦੇ ਉੱਤੇ ਲੈ ਕੇ ਜਾਂਦੇ ਨੇ। ਰਸਤੇ ਦੇ ਵਿੱਚ ਇੱਕ ਕਸਬਾ ਆਉਂਦਾ ਹੈ ਸ਼ੇਰਗੜ੍ਹ, ਜਿੱਥੇ ਜਾ ਕੇ ਗੁਰਜੋਤ ਕੌਰ ਨੇ ਕਿਹਾ ਕਿ ਮੇਰੇ ਭਰਾ ਵਾਸਤੇ ਕੇਲੇ ਲੈ ਲਵੋ। ਕੇਲੇ ਲੈਣ ਤੋਂ ਬਾਅਦ ਉਹ ਪਿੰਡ ਦੇ ਵਿੱਚ ਪਹੁੰਚਦੇ ਨੇ ਤੇ ਗੁਰਜੋਤ ਕੌਰ ਦੇ ਪਿਤਾ ਨੇ ਉਸ ਨੂੰ ਬਾਈਕ ਦੇ ਉੱਤੋਂ ਉਤਾਰ ਦਿੱਤਾ ਕਿ ਹੁਣ ਇੱਥੋਂ ਚੱਲ ਕੇ ਆਪਣੇ ਘਰ ਤੱਕ ਜਾ, ਕਿਉਂਕਿ ਮੈਂ ਤਾਂ ਤੇਰੇ ਘਰ ਦਾ ਪਤਾ ਟਿਕਾਣਾ ਨਹੀਂ ਜਾਣਦਾ ਤੇ ਨਾ ਹੀ ਮੈਂ ਤੇਰੇ ਪਰਿਵਾਰ ਨੂੰ ਜਾਣਦਾ ਹਾਂ ਤੇ ਨਾ ਹੀ ਮੈਨੂੰ ਇੰਨੀ ਸਮਝ ਹੈ ਕਿ ਮੈਂ ਉੱਥੇ ਜਾ ਕੇ ਤੇਰੇ ਪਰਿਵਾਰ ਨੂੰ ਕਿਵੇਂ ਇਸ ਗੱਲ ਦੇ ਉੱਤੇ ਯਕੀਨ ਕਰਵਾਵਾਂਗਾ। ਬਿਨਾਂ ਝਿਜਕੇ ਗੁਰਜੋਤ ਕੌਰ ਪਿੰਡ ਦੇ ਰਸਤਿਆਂ ਉੱਤੇ ਚੱਲਣ ਲੱਗੀ। ਇੰਜ ਲੱਗ ਰਿਹਾ ਸੀ ਕਿ ਉਹਨਾਂ ਰਸਤਿਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ। ਹਾਲੇ ਇੰਨੀ ਛੋਟੀ ਉਮਰ ਸੀ ਅਤੇ ਪਹਿਲੀ ਵਾਰ ਗੁਰਜੋਤ ਕੌਰ ਆਪਣੇ ਪਿੰਡੋਂ ਬਾਹਰ ਨਿਕਲੀ ਸੀ। ਹੌਲੀ-ਹੌਲੀ ਕਰਕੇ ਗੁਰਜੋਤ ਕੌਰ ਚੱਲਦੀ ਰਹੀ ਤੇ ਉਸ ਦੇ ਪਿਤਾ ਪਿੱਛੇ-ਪਿੱਛੇ ਮੋਟਰਸਾਈਕਲ ਦੇ ਉੱਤੇ। ਆਖਿਰ ਉਹ ਆਪਣੇ ਪੁਰਾਣੇ ਜਨਮ ਦੇ ਘਰ ਵਿੱਚ ਪਹੁੰਚ ਹੀ ਗਈ, ਜਿੱਥੇ ਉਸ ਦੇ ਪੁਰਾਣੇ ਜਨਮ ਦੀ ਮਾਂ ਵਿਹੜੇ ਦੇ ਵਿੱਚ ਝਾੜੂ ਲਗਾ ਰਹੀ ਸੀ। ਆਪਣੀ ਮਾਂ ਨੂੰ ਦੇਖ ਕੇ ਉਸਨੇ ਝੱਟ ਹੀ ਪਹਿਚਾਣ ਲਿਆ ਤੇ ਪਿੱਛੋਂ ਜਾ ਕੇ ਜੱਫੀ ਪਾ ਲਈ, ਪਰ ਉਸ ਦੀ ਮਾਂ ਉਸ ਨੂੰ ਪਹਿਚਾਣ ਨਾ ਸਕੀ। ਜਦੋਂ ਉਸ ਦੀ ਮਾਂ ਨੇ ਉਸ ਨੂੰ ਪੁੱਛਿਆ ਕਿ ਤੂੰ ਕੌਣ ਹੈ, ਮੈਂ ਤੈਨੂੰ ਪਹਿਚਾਣਿਆ ਨਹੀਂ, ਤਾਂ ਗੁਰਜੋਤ ਕੌਰ ਬੋਲੀ ਕਿ ਮੈਂ ਤੁਹਾਡੀ ਸੁਮਨਦੀਪ ਹਾਂ। 3-4 ਮਿੰਟ ਗੱਲਾਂ ਕਰਨ ਤੋਂ ਬਾਅਦ ਉਸ ਦੀ ਮਾਂ ਨੇ ਪੱਕਾ ਕਰ ਦਿੱਤਾ ਕਿ ਇਹ ਸਾਡੀ ਸੁਮਨਦੀਪ ਹੀ ਹੈ ਜੋ ਮਰ ਚੁੱਕੀ ਹੈ ਤੇ ਹੁਣ ਇਹ ਉਹਨਾਂ ਦੀ ਲੜਕੀ ਸੁਮਨਦੀਪ ਦਾ ਪੁਨਰ ਜਨਮ ਹੈ। ਮਾਂ ਭਾਵੁਕ ਹੋ ਕੇ ਆਪਣੀ ਲੜਕੀ ਨੂੰ ਮਿਲੀ। ਹੈਰਾਨੀ ਤਾਂ ਉਸ ਵੇਲੇ ਹੋਈ ਜਦੋਂ ਗੁਰਜੋਤ ਕੌਰ ਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਮੇਰੀ ਘੜੀ ਕਿੱਥੇ ਰੱਖੀ ਹੈ, ਤਾਂ ਉਸ ਦੀ ਮਾਂ ਨੇ ਕਿਹਾ ਕਿ ਕਿਹੜੀ ਘੜੀ, ਜਿੱਥੇ ਤੂੰ ਰੱਖੀ ਸੀ ਉੱਥੋਂ ਜਾ ਕੇ ਚੁੱਕ ਲੈ। ਗੁਰਜੋਤ ਕੌਰ ਆਪਣੇ ਕਮਰੇ ਦੇ ਵਿੱਚ ਗਈ। ਸੈਲਫ ਦੇ ਉੱਤੇ ਰੱਖੀ ਹੋਈ ਆਪਣੀ ਇੱਕ ਪੁਰਾਣੀ ਤਸਵੀਰ ਦੇ ਪਿੱਛੇ ਬੰਦ ਪਈ ਘੜੀ 11 ਸਾਲਾਂ ਤੋਂ ਬਾਅਦ ਚੁੱਕ ਕੇ ਲੈ ਕੇ ਆਈ। ਗੁਰਜੋਤ ਕੌਰ ਨੇ ਦੱਸਿਆ ਕਿ ਮੈਂ ਆਪਣੇ ਪਿਛਲੇ ਜਨਮ ਦੇ ਵਿੱਚ ਉਸ ਦੀ ਮਾਂ ਨੇ ਉਸ ਨੂੰ ਇਹ ਘੜੀ ਲੈ ਕੇ ਦਿੱਤੀ ਸੀ, ਪਰ ਉਸ ਦਾ ਭਰਾ ਗੁਰਪ੍ਰੀਤ ਉਸ ਨੂੰ ਘੜੀ ਬੰਨਣ ਤੋਂ ਰੋਕ ਦਿੰਦਾ ਸੀ ਕਿਉਂਕਿ ਉਸ ਨੂੰ ਇਹ ਸਭ ਕੁਝ ਪਸੰਦ ਨਹੀਂ ਸੀ, ਜਿਸ ਕਰਕੇ ਉਸ ਨੇ ਆਪਣੀ ਇਹ ਘੜੀ ਆਪਣੇ ਭਰਾ ਤੋਂ ਲੁਕੋ ਕੇ ਰੱਖੀ ਹੋਈ ਸੀ ਤੇ ਪਿਛਲੇ ਜਨਮ ਦੀ ਇੰਨੀ ਛੋਟੀ ਗੱਲ ਵੀ ਉਸ ਨੂੰ ਚੰਗੀ ਤਰ੍ਹਾਂ ਯਾਦ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਉਹ ਪੜ੍ਹਨ ਵਾਸਤੇ ਗਈ ਤਾਂ ਕਿਸੇ ਕਾਰਨ ਉਹ ਡਿੱਗ ਗਈ, ਜਿਸ ਕਾਰਨ ਉਸ ਦੇ ਬੈਗ ਦੇ ਵਿੱਚੋਂ ਕਾਪੀਆਂ ਵੀ ਡਿੱਗ ਗਈਆਂ। ਜਦੋਂ ਉਹ ਕਾਪੀਆਂ ਚੁੱਕਣ ਵਾਸਤੇ ਝੁਕੀ ਤਾਂ ਉਸ ਦੇ ਉੱਪਰੋਂ ਇੱਕ ਬੱਸ ਨਿਕਲ ਗਈ। ਗੁਰਜੋਤ ਕੌਰ ਨੇ ਦੱਸਿਆ ਕਿ ਉਸ ਨੂੰ ਸਿਰਫ ਇੰਨਾ ਕੁ ਯਾਦ ਹੈ ਕਿ ਉਸ ਦੇ ਉੱਤੋਂ ਬੱਸ ਨਿਕਲੀ ਹੈ, ਪਰ ਮਰਨ ਤੋਂ ਬਾਅਦ ਕੀ ਹੋਇਆ ਉਹ ਨਹੀਂ ਜਾਣਦੀ। ਉਸ ਨੂੰ ਹਸਪੀਟਲ ਲੈ ਕੇ ਗਏ, ਉਸ ਨੂੰ ਇਹ ਵੀ ਯਾਦ ਹੈ ਤੇ ਫਿਰ ਉਸ ਦੀ ਮੌਤ ਹੋਈ ਕਿਉਂਕਿ ਉਸ ਦੇ ਸਰੀਰ ਦੇ ਵਿੱਚੋਂ ਬਹੁਤਾ ਖੂਨ ਨਿਕਲ ਚੁੱਕਿਆ ਸੀ।
ਇਹ ਸਭ ਦੇਖਣ ਤੋਂ ਬਾਅਦ ਉਸਨੇ ਆਪਣਾ ਸਾਰਾ ਘਰ ਦੇਖਿਆ ਜੋ 11 ਸਾਲ ਪਹਿਲਾਂ ਵਰਗਾ ਹੀ ਸੀ। ਪਰਿਵਾਰ ਦੇ ਵਿੱਚ ਗਰੀਬੀ ਹੈ। ਸੁਮਨਦੀਪ ਦਾ ਭਰਾ ਤੇ ਪਿਤਾ ਦਿਹਾੜੀ ਕਰਦੇ ਨੇ। ਘਰ ਦੇ ਵਿੱਚ ਮਾਂ ਪਿਤਾ ਤੇ ਇੱਕ ਭਰਾ ਹੀ ਹੈ। ਸੋ ਇਹ ਗੱਲ ਪਤਾ ਲੱਗਣ ਤੋਂ ਬਾਅਦ ਸੁਮਨਦੀਪ ਨੂੰ ਦੇਖਣ ਵਾਸਤੇ ਪਿੰਡ ਦੇ 250-300 ਲੋਕ ਉੱਥੇ ਇਕੱਠੇ ਹੋ ਗਏ। ਸੁਮਨਦੀਪ ਉਸ ਘਰ ਵੀ ਗਈ ਜਿੱਥੇ ਉਹ ਟਿਊਸ਼ਨ ਪੜ੍ਹਦੀ ਸੀ। ਉਸ ਦੇ ਪਰਿਵਾਰ ਨੇ ਸੁਮਨਦੀਪ ਨੂੰ ਵੀ ਪਹਿਚਾਣ ਲਿਆ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਗੁਰਜੋਤ ਕੌਰ ਦੇ ਸਿਰ ਦੇ ਉੱਤੇ ਹਾਲੇ ਵੀ ਕੁਝ ਨਿਸ਼ਾਨ ਹਨ ਜੋ ਉਸ ਦੇ ਪੁਰਾਣੇ ਜਨਮ ਦੇ ਨਾਲ ਸੰਬੰਧ ਰੱਖਦੇ ਨੇ। ਦੱਸਿਆ ਜਾਂਦਾ ਹੈ ਕਿ ਇਹ ਨਿਸ਼ਾਨ ਉਸ ਦੇ ਪਿਛਲੇ ਜਨਮ ਦੇ ਵਿੱਚ ਵੀ ਉਸ ਦੇ ਸਿਰ ਦੇ ਉੱਪਰ ਸਨ। ਜਦੋਂ ਉਸ ਦੇ ਭਰਾ ਨੇ ਉਸ ਦੇ ਸਿਰ ਦੇ ਵਿੱਚ ਗਲਾਸ ਮਾਰਿਆ ਸੀ, ਉਹ ਉਸ ਜ਼ਖਮ ਦਾ ਨਿਸ਼ਾਨ ਆਪਣੇ ਨਾਲ ਅਗਲੇ ਜਨਮ ਦੇ ਵਿੱਚ ਵੀ ਲੈ ਆਈ। ਅਤੇ ਇਸ ਗੱਲ ਦੀ ਸੱਚਾਈ ਕਿਸੇ ਦੇ ਕੋਲ ਵੀ ਨਹੀਂ ਹੈ, ਕਿਉਂਕਿ ਆਪਾਂ ਇੱਕ ਵਾਰ ਤਾਂ ਪੁਨਰ ਜਨਮ ਨੂੰ ਮੰਨ ਲੈਂਦੇ ਹਾਂ, ਪਰ ਸਰੀਰ ਤਾਂ ਜਲ ਕੇ ਸਵਾਹ ਹੋ ਜਾਂਦਾ ਹੈ, ਸਰੀਰ ਤਾਂ ਨਸ਼ਟ ਹੋ ਜਾਂਦਾ ਹੈ, ਉਹ ਅਗਲੇ ਜਨਮ ਦੇ ਵਿੱਚ ਕਿਵੇਂ ਪਹੁੰਚ ਸਕਦਾ ਹੈ? ਇਹਨਾਂ ਗੱਲਾਂ ਦੇ ਵਿੱਚ ਤਾਂ ਸਾਇੰਸ ਵੀ ਫੇਲ ਹੋ ਜਾਂਦੀ ਹੈ। ਗੁਰਜੋਤ ਕੌਰ ਨੇ ਸਭ ਕੁਝ ਬੋਲ ਕੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਤੇ ਉਸਨੇ ਕਿਹਾ ਕਿ ਪਿਛਲੇ ਜਨਮ ਦੇ ਵਿੱਚ ਮੇਰੀ ਸ਼ਕਲ ਮੇਰੀ ਮਾਂ ਦੇ ਉੱਤੇ ਗਈ ਸੀ ਤੇ ਇਸ ਜਨਮ ਦੇ ਵਿੱਚ ਮੇਰੀ ਸ਼ਕਲ ਮੇਰੇ ਪਿਤਾ ਦੇ ਉੱਪਰ ਗਈ ਹੈ। ਤੁਹਾਡਾ ਇਹਨਾਂ ਸਭ ਬਾਰੇ ਕੀ ਖਿਆਲ ਹੈ? ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ।